हाँ जी बेटा, अपना लास्ट टॉपिक है इस चैप्टर का, फोर्स ड्यू टू अ कंटिन्यूस डिस्ट्रीब्यूशन ऑफ चार्ज। ਆਪਾਂ ਤਿੰਨ ਤਰੀਕੇ ਦੀ ਡਿਸਟ੍ਰੀਬਿਊਸ਼ਨ ਕੀਤੀ ਹੈ, ਲਾਈਨ ਚਾਰਜ ਕੀਤੀ ਆ, ਸਰਫੇਸ ਚਾਰਜ ਕੀਤੀ ਹੈ ਤੇ ਵੋਲੀਅਮ ਚਾਰਜ ਕੀਤੀ ਆ। ਸਭ ਤੋਂ ਪਹਿਲਾਂ ਆਪਾਂ ਲਾਈਨ ਚਾਰਜ ਡਿਸਟ੍ਰੀਬਿਊਸ਼ਨ ਦੇ ਕਰਕੇ ਕਿਸੇ ਦੂਜੇ ਚਾਰਜ ਤੇ ਕਿੰਨੀ ਫੋਰਸ ਲੱਗੇਗੀ, ਉਸੇ ਤਰੀਕੇ ਇਹਨੂੰ ਆਪਾਂ ਪੋਜੀਸ਼ਨ ਵੈਕਟਰ ਦੀ ਫਾਰਮ 'ਚ ਲੈਣਾ। ਉਸੇ ਤਰੀਕੇ ਦਾ ਕੋਆਰਡੀਨੇਟ ਫਰੇਮ ਲੈ ਲਿਆ। ਇੱਥੇ ਕੋਈ ਵੀ ਆ ਤੁਹਾਡੇ ਕੋਲੇ ਇੱਕ ਲਾਈਨ ਆ, ਲਾਈਨ ਦੇ ਉੱਤੇ ਚਾਰਜ ਪਿਆ ਪੋਜ਼ਿਟਿਵ, ਇਸ ਲਾਈਨ ਦੀ ਲੈਂਥ L ਆ। ਇਸ ਲਾਈਨ ਦੇ ਉੱਤੇ ਜਿਹੜਾ ਚਾਰਜ ਪਿਆ ਉਹਨੇ ਇਸ ਚਾਰਜ ਤੇ ਕਿੰਨੀ ਫੋਰਸ ਲਾਈ। Q naught is test charge and test charge is always a positive charge। ਹਮੇਸ਼ਾ ਕਈ ਜਗ੍ਹਾ ਤੇ ਯੂਜ਼ ਹੋਏਗੀ ਤੁਹਾਡੇ ਕੋਲੇ, ਟੈਸਟ ਚਾਰਜ ਹਮੇਸ਼ਾ ਪੋਜ਼ਿਟਿਵ ਹੁੰਦਾ। ਇਸ ਪੂਰੀ ਲਾਈਨ ਦੇ ਚਾਰਜ ਨੇ ਇੱਥੇ ਕਿੰਨੀ ਫੋਰਸ ਲਾਈ ਉਹ ਆਪਾਂ ਫਾਈਂਡ ਕਰਨੀ ਹੈ। ਮੀਨਸ ਟੂ ਸੇ ਇਸ ਡਿਸਟ੍ਰੀਬਿਊਸ਼ਨ ਦੇ ਕਰਕੇ ਕਿੰਨੀ ਫੋਰਸ ਲੱਗੀ, ਫੋਰਸ ਡਿਊ ਟੂ ਡਿਸਟ੍ਰੀਬਿਊਸ਼ਨ ਆਫ ਚਾਰਜ। ਇਸ ਲੈਂਥ ਸੀ ਜਿਹੜੀ ਇਸ ਲਾਈਨ ਦੇ ਉੱਤੇ ਚਾਰਜ ਡਿਸਟ੍ਰੀਬਿਊਟ ਆ, ਉਹਦਾ ਪੋਜੀਸ਼ਨ ਵੈਕਟਰ R2 ਹੈ। ਇਸ ਟੈਸਟ ਚਾਰਜ ਦਾ ਪੋਜੀਸ਼ਨ ਵੈਕਟਰ R1 ਹੈ। ਟੈਸਟ ਚਾਰਜ ਆਲਵੇਜ਼ ਪੋਜ਼ਿਟਿਵ, ਇਹ ਚੀਜ਼ ਆਪਣੀ ਕਲੀਅਰ ਹੋ ਗਈ। ਪੂਰੀ ਲਾਈਨ ਦਾ ਇਫੈਕਟ ਦੇਖਣਾ ਕਿ ਪੂਰੀ ਲਾਈਨ ਨੇ ਇਸ ਚਾਰਜ ਤੇ ਕਿੰਨੀ ਫੋਰਸ ਲਾਈ। ਫਿਜ਼ਿਕਸ ਦੇ ਵਿੱਚ ਆਪਾਂ ਇੱਕ ਚੀਜ਼ ਕਰਦੇ ਆ, ਕਦੇ ਵੀ ਪੂਰੀ ਚੀਜ਼ ਨੂੰ ਨਹੀਂ ਚੱਕਦੇ, ਪਹਿਲਾਂ ਇਸ ਲੈਂਥ ਦਾ ਛੋਟਾ ਜਿਹਾ ਪੋਰਸ਼ਨ ਲੈ ਲਿਆ, ਛੋਟਾ ਜਿਹਾ ਪੋਰਸ਼ਨ। ਪੂਰੇ ਦੀ ਲੈਂਥ L ਆ, ਇਸ ਛੋਟੇ ਪੋਰਸ਼ਨ ਦੀ ਲੈਂਥ DL ਆ। ਇਸ ਛੋਟੇ ਜਿਹੇ ਪੋਰਸ਼ਨ ਤੇ ਚਾਰਜ DQ ਆ। ਆਪਾਂ ਕਹਾਂਗੇ ਵੀ ਇਸ ਛੋਟੇ ਜਿਹੇ ਪੋਰਸ਼ਨ ਨੇ ਇਹਦੇ ਤੇ ਕਿੰਨੀ ਫੋਰਸ ਲਾਈ, ਉਹ ਫੋਰਸ ਕੱਢ ਲਾਂਗੇ, ਫਿਰ ਉਹਨੂੰ ਇੰਟੀਗ੍ਰੇਟ ਕਰ ਦਾਂਗੇ, ਫਿਰ ਉਹ ਜਿਹੜੀ ਇੰਟੀਗ੍ਰੇਟ ਕਰਕੇ ਫੋਰਸ ਆਊਗੀ ਉਹ ਪੂਰੇ ਲਾਈਨ ਦੀ ਫੋਰਸ ਆਏਗੀ। ਗਾਟ ਇਟ। ਇਸ ਛੋਟੇ ਜਿਹੇ ਪੁਆਇੰਟ, ਪਹਿਲਾਂ ਤਾਂ ਆਪਾਂ ਲਾਈਨ ਚਾਰਜ ਦੀ ਗੱਲ ਕਰਦੇ ਹਾਂ। ਡੈਂਸਿਟੀ ਇਜ਼ ਇਕੁਅਲ ਟੂ ਮਾਸ ਅਪੋਨ ਵੋਲੀਅਮ। ਇੱਥੇ ਆਊਗਾ ਚਾਰਜ ਅਪੋਨ ਲੈਂਥ। ਚਾਰਜ ਆਪਾਂ ਸਮੋਲ ਚਾਰਜ ਲਿਆ ਤੇ ਸਮੋਲ ਹੀ ਲੈਂਥ ਲਈ ਆ ਚੀਜ਼ ਆ ਗਈ। DQ ਦੀ ਵੈਲਿਊ ਲੈਮਡਾ ਇੰਟੂ DL, ਆ ਚੀਜ਼ ਆ ਗਈ। ਆਪਾਂ ਕਿਹਾ ਕਿ ਸਮੋਲ ਪੋਰਸ਼ਨ ਦੇ, ਜੇ ਸਮੋਲ ਪੋਰਸ਼ਨ ਦੇ ਕਰਕੇ ਫੋਰਸ ਲੱਗ ਰਹੀ ਹੈ ਤਾਂ ਫੋਰਸ ਵੀ ਸਮੋਲ ਹੋਏਗੀ। ਪੂਰੇ ਪੋਰਸ਼ਨ ਦੇ ਕਰਕੇ ਫੋਰਸ ਲੱਗੂਗੀ F। ਇਸ ਛੋਟੇ ਜਿਹੇ ਪੋਰਸ਼ਨ ਦੇ ਕਰਕੇ ਫੋਰਸ ਵੀ ਸਮੋਲ ਲੱਗੇਗੀ, ਦੈਟ ਇਜ਼ TF। ਇਹ ਸਾਰਾ ਆਪਾਂ ਪਿੱਛੇ ਜਿਹੜਾ ਪੋਜੀਸ਼ਨ ਵੈਕਟਰ ਵਾਲਾ ਕੀਤਾ ਇਨ ਟਰਮਸ ਆਫ ਪੋਜੀਸ਼ਨ ਵੈਕਟਰ, ਉਹਦਾ ਐਕਸਪ੍ਰੈਸ਼ਨ ਚੱਕਿਆ 1/4 ਪਾਈ ਐਪਸਾਈਲਨ ਨੌਟ। ਇੱਥੇ ਉਹ Q1 Q2 ਲਿਖਿਆ ਸੀ, ਇੱਥੇ Q1 Q2 ਤਾਂ ਲਿਖਿਆ ਸੀ ਕਿਉਂਕਿ ਜਿਹੜੇ ਦੋ ਚਾਰਜਸ ਦੇ ਵਿਚਾਲੇ ਫੋਰਸ ਲੱਗ ਰਹੀ ਸੀ ਉਹ ਕਿਹੜੇ ਸੀ, Q1 ਤੇ Q2। ਆਪਣੇ ਚਾਰਜ Q1 Q2 ਨਹੀਂ ਹੈਗੇ, DQ ਤੇ Q naught ਨੇ, DQ ਤੇ Q naught ਨੇ। ਤਾਂ ਆਪਾਂ ਇੱਥੇ ਕੀ ਲਿਖਿਆ, DQ Q naught, ਨੀਚੇ ਐਜ਼ ਇਟ ਇਜ਼, ਇੱਧਰ ਵੀ ਐਜ਼ ਇਟ ਇਜ਼। ਇਸ DQ ਦੀ ਵੈਲਿਊ ਇੱਥੋਂ ਪੁੱਟ ਕਰਤੀ ਲੈਮਡਾ ਇੰਟੂ DL। ਕਲੀਅਰ ਹੈ, ਪੁੱਟ ਹੋ ਗਈ। ਹੁਣ ਦੇਖੋ ਇਹ ਸੀਗੀ ਸਮੋਲ ਫੋਰਸ, ਹੁਣ ਇਹਨੂੰ ਆਪਾਂ ਇੰਟੀਗ੍ਰੇਟ ਕਰਾਂਗੇ। ਇੰਟੀਗ੍ਰੇਸ਼ਨ ਕਰਤੀ ਦੋਨੋਂ ਪਾਸੇ। ਇੰਟੀਗ੍ਰੇਸ਼ਨ ਕਿਹਦੇ ਲੌਂਗ, ਆਪਾਂ ਕਿਹਦਾ ਇਫੈਕਟ ਦੇਖਣਾ, ਪੂਰੀ ਲੈਂਥ ਦਾ। ਡੈਰੀਵੇਟਿਵ ਤੇ ਇੰਟੀਗ੍ਰੇਸ਼ਨ ਕੱਟ ਹੋ ਜਾਂਦੇ ਆ, ਰਹਿ ਗਈ ਇਕੱਲੀ F ਇੱਧਰਲੀ ਸਾਈਡ ਐਜ਼ ਇਟ ਇਜ਼ ਆ ਗਈ। that is force due to linear charge distribution। ਅਗਲਾ ਟੌਪਿਕ ਕਰਦੇ ਹਾਂ, ਫੋਰਸ ਡਿਊ ਟੂ ਸਰਫੇਸ ਚਾਰਜ ਡਿਸਟ੍ਰੀਬਿਊਸ਼ਨ। ਆ ਤੁਹਾਡੇ ਕੋਲੇ ਕੋਈ ਵੀ ਸਰਫੇਸ ਹੈ, ਉੱਦਾਂ ਹੀ ਜਿੱਦਾਂ ਉੱਥੇ ਆਪਾਂ ਲੈਂਥ ਲਈ ਸੀ, ਇੱਥੇ ਸਰਫੇਸ ਲੈ ਲਿਆ, ਇਹਦਾ ਪੋਜੀਸ਼ਨ ਵੈਕਟਰ R2 ਹੈ। ਆ ਤੁਹਾਡੇ ਕੋਲੇ ਟੈਸਟ ਚਾਰਜ ਹੈ, ਇਹਦਾ ਪੋਜੀਸ਼ਨ ਵੈਕਟਰ R1 ਹੈ। ਇਸ ਸਰਫੇਸ ਨੇ ਇਸ ਟੈਸਟ ਚਾਰਜ ਤੇ ਕਿੰਨੀ ਫੋਰਸ ਲਾਈ ਉਹ ਦੇਖਣੀ ਹੈ। ਗੱਲ ਕੀਤੀ ਸੀ ਆਪਾਂ ਪੂਰਾ ਸਰਫੇਸ ਨਹੀਂ ਚੱਕਾਂਗੇ, ਪੂਰਾ ਸਰਫੇਸ ਐਸਾ, ਇਹਦਾ ਛੋਟਾ ਜਿਹਾ ਪੋਰਸ਼ਨ ਚੱਕ ਲਿਆ, ਉਹ ਕੀ ਹੋਏਗਾ, DS। ਇਸ ਛੋਟੇ ਪੋਰਸ਼ਨ ਤੇ ਚਾਰਜ ਕਿੰਨਾ ਹੋਏਗਾ, DQ। ਪਹਿਲਾਂ ਛੋਟੇ ਪੋਰਸ਼ਨ ਦਾ ਇਫੈਕਟ ਇਹਦੇ ਤੇ ਦੇਖਾਂਗੇ, ਫਿਰ ਉਹਨੂੰ ਇੰਟੀਗ੍ਰੇਟ ਕਰ ਦਾਂਗੇ, ਉਹ ਪੂਰੇ ਸਰਫੇਸ ਦਾ ਇਫੈਕਟ ਆ ਜਾਏਗਾ। ਇਹ ਸਰਫੇਸ ਚਾਰਜ ਡੈਂਸਿਟੀ ਹੈ, ਸਿਗਮਾ ਇਜ਼ ਇਕੁਅਲ ਟੂ DQ ਅਪॉन DS। ਚਾਰਜ ਅਪॉन ਏਰੀਆ, ਚਾਰਜ DQ ਆ, ਸਮੋਲ ਏਰੀਆ DS ਆ। DQ ਦੀ ਵੈਲਿਊ ਕਿੰਨੀ ਆਈ, ਸਿਗਮਾ ਇੰਟੂ DS। ਹੁਣ ਛੋਟਾ ਪੋਰਸ਼ਨ ਆ ਤਾਂ ਫੋਰਸ ਵੀ ਛੋਟੀ ਲਾਊਗਾ ਐਜ਼ ਇਟ ਇਜ਼, 1/4 ਬਾਈ ਐਪਸਾਈਲਨ ਨੌਟ। ਕਿਹਦੇ ਵਿੱਚ ਫੋਰਸ ਲੱਗ ਰਹੀ ਹੈ, DQ ਤੇ Q naught ਦੇ ਵਿੱਚ, Q naught ਇੰਟੂ DQ। ਆ ਦੋਨੋਂ ਚੀਜ਼ਾਂ ਐਜ਼ ਇਟ ਇਜ਼ ਜਿੱਦਾਂ ਆਪਾਂ ਪ੍ਰੀਵੀਅਸ ਆਰਟੀਕਲ ਕੀਤਾ। ਇਸ DQ ਦੀ ਵੈਲਿਊ ਬੇਟਾ ਪੁੱਟ ਕਰ ਦਿਓ, ਲੈਮਡਾ ਇੰਟੂ DS। ਆ ਚੀਜ਼ ਆ ਗਈ।
ਹੁਣ ਇਹ ਸਮਾਲ ਫੋਰਸ ਆ, ਇਹਨੂੰ ਦੋਨੋਂ ਪਾਸੇ ਕਰ ਦਿਓ ਇੰਟੀਗ੍ਰੇਟ ਕਰਨੀ ਆ ਅਲੋਂਗ ਦਾ ਹੋਲ ਸਰਫੇਸ। Similarly, derivative integration cancel, f is equal to right side as it is aquí। ਅੱਗੇ ਆਪਾਂ ਕਰਨਾ force due to volume charge distribution। Similarly ਉਹੀ ਚੀਜ਼, ਇੱਥੇ ਕੋਈ ਵੀ ਵੋਲੀਅਮ ਲੈ ਲਿਆ ਸਰਕਲ ਜਿਹਦੇ ਵਿੱਚ ਚਾਰਜ ਡਿਸਟਰੀਬਿਊਟ ਹੈ, ਇਸ ਪੂਰੇ ਦਾ ਵੋਲੀਅਮ v ਹੈ, ਇੱਥੇ ਕੋਈ ਵੀ ਟੈਸਟ ਚਾਰਜ ਪਿਆ r2 ਵੈਕਟਰ r1 ਵੈਕਟਰ। ਇਸ ਵੋਲੀਅਮ ਦਾ ਇਫੈਕਟ ਇਹਦੇ ਤੇ ਦੇਖਣਾ, ਉਹੀ ਚੀਜ਼ ਬੇਟਾ ਪੂਰੇ ਵੋਲੀਅਮ ਦਾ ਇਫੈਕਟ ਨਹੀਂ ਪਹਿਲਾਂ ਇਹਦੇ ਤੇ ਚੱਕਾਂਗੇ, ਕੋਈ ਵੀ ਛੋਟਾ ਜਿਹਾ ਵੋਲੀਅਮ ਲੈ ਲਾਂਗੇ ਜਿਹਦਾ ਛੋਟੇ ਪੋਰਸ਼ਨ ਦਾ ਵੋਲੀਅਮ dB ਹੋਏਗਾ, ਛੋਟੇ ਪੋਰਸ਼ਨ ਤੇ ਚਾਰਜ dq ਹੋਏਗਾ। dq ਇਹਦੇ ਤੇ ਕਿੰਨੀ ਫੋਰਸ ਲਾਊਗਾ? ਸਭ ਤੋਂ ਪਹਿਲਾਂ ਇਹ ਵੋਲੀਅਮ ਚਾਰਜ ਡੈਂਸਿਟੀ ਆ, rho is equal to dq upon dv। rho is equal to charge upon volume, charge भी छोटा लिया वॉल्यूम भी छोटा लिया क्योंकि आप छोटे पोर्शन की गल कर रहे हैं। dq is equal to rho into dv। इक्वेशन नंबर 1, छोटा पोर्शन है तो फोर्स भी छोटी लगेगी। df is equal to 1 upon 4 pi epsilon naught किदे विच लग रही है, q naught ते dq दे विचाले, r1 minus r2 the cube r1 vector minus r2 vector। सेम चीज़ dq दी वैल्यू इत्थे पुट कर दो, 1 upon 4 pi epsilon naught q naught into rho dv r1 minus r2 cube r1 vector minus r2 vector। छोटे पोर्शन दे करके स्मॉल है, इनू आप इंटीग्रेट कर दोगे, डेरिवेटिव इंटीग्रेशन कैंसल along the whole volume। The right side as it is, 1 upon 4 pi epsilon naught q naught rho dv r1 minus r2 cube r1 vector minus r2 vector। देखो बेटा ये आर्टिकल देखने ਨੂੰ बहुत सिंपल लगते हैं, है भी बहुत सिंपल आ। ਜਿਹੜੇ ਅੱਜ ਸਾਰੇ ਆਪਾਂ 3 ਵੀਡੀਓਜ਼ ਦੇ ਵਿੱਚ ਆਰਟੀਕਲਸ ਕਵਰ ਕੀਤੇ ਆ, ਜੇ ਤੁਸੀਂ ਇਹਨੂੰ ਆਪਣੇ ਹੱਥ ਨਾਲ ਨਹੀਂ ਕਰੋਗੇ ਨਾ, ਐਜ਼ ਇਟ ਇਜ਼ ਸਿੰਪਲ ਦੇਖ ਲਓਗੇ, ਦੇਖਣ ਨੂੰ ਬਹੁਤ ਈਜ਼ੀ ਲੱਗਣਗੇ। ਜੇ ਤੁਸੀਂ ਆਪਣੇ ਹੱਥ ਨਾਲ ਇਹਨੂੰ 1 ਜਾਂ 2 ਵਾਰੀ ਐਟਲੀਸਟ ਇਹਨੂੰ 2 ਵਾਰੀ ਜ਼ਰੂਰ ਕਰੋ, ਜਿੰਨੀ ਦੇਰ ਤੱਕ ਇਹਨੂੰ 2-3 ਵਾਰੀ ਆਪਣੇ ਆਪ ਨਹੀਂ ਸੋਲਵ ਕਰਦੇ ਇਹ ਆਰਟੀਕਲ ਤੁਹਾਡੇ ਸਮਝ ਵੀ ਨਹੀਂ ਆਉਣੇ। ਕਲੀਅਰ ਆ? ਦੇਖਣ ਨੂੰ ਲੱਗਦੇ ਆ ਬਹੁਤ ਈਜ਼ੀ ਆ, ਦਿਨ 2 ਨਹੀਂ ਲੱਗਣੇ ਤੁਸੀਂ ਇਹ ਆਰਟੀਕਲ ਭੁੱਲ ਜਾਓਗੇ। समझ रहे हो गल कि इनू तुसी कॉपी तो ये नहीं हैगा भी वीडियो देख ली तुसी देख लिया भी हाँ ठीक है सिंपल है सानू समझ लग गई, पर जिन्नी देर तक इनू 2-3 बारी लिख के नहीं देखोगे ये चीज़ क्लीयर नहीं होगी बेटा, भुल जाओगे उस चीज़ नू कीती दा की फायदा जे तुसी भुल ही गए। सो इनू 2 या 3 बार कॉपी ते जरूर लिख के देखो। तीनों वीडियोज़ की गल कर रही है मैं, नॉट ओनली वन टॉपिक। गॉट इट? तुहाडा फर्स्ट यूनिट का फर्स्ट चैप्टर है जिहड़ा वो कंप्लीट हो चुकिया, तो हुण आपां सैकेंड चैप्टर कल स्टार्ट करांगे। तो केमिस्ट्री का जोड़ा अपना चल रहा इलैक्ट्रो केमिस्ट्री थोड़ा जहा पोर्शन रह गया, फिलहाल आप थोड़ा जहा फिजिक्स कंटिन्यू करते हैं। ओके, गुड लक।